छोटों को प्यार, बड़ों को प्रणाम, नमस्कार, सत श्री अकाल, आदाब। आज कोविड-19 के लॉकडाउन में एवरीवन इज स्टक अप एट देयर होम्स। धीरे धीरे करके रिलैक्सेशन आनी शुरू हो जाएंगी। सो वी थॉट इन द मीनवाइल व्हाई नॉट वी टॉक टू समबडी फ्रॉम द अल्टरनेट मेडिसिन एज वेल। Ayurveda is a system of medicines with the historical roots in the Indian subcontinent, globalized and modernized. The practice derived from Ayurveda traditions are a type of alternate medicine. It belongs to the planet and it is present everywhere. So we thought we'd talk to Dr. Sukhjinder Yogi from Chandigarh. Sukhjinder ji, welcome to the show. Sat Shri Akal, Namaskar ji, Navneet sir. Thank you for calling us. You belong to a family of Ayurvedic doctors. जी So tell us about your background for our audiences in Australia. जी as we are into Ayurveda since 4 generations. My great grandfather is from अच्छा जी। Pakistan, Montgomery. His name is Vaid Bhag Singh Yogi. Then my grandfather Vaid Hukam Singh Yogi. Then my late father Sahab Khandani Vaid Harbhajan Singh Yogi, who renowned the Ayurveda name in the world. ਤੁਸੀਂ ਫਾਦਰ ਸਾਹਿਬ ਦਾ ਨਾਮ ਹਰਭਜਨ ਸਿੰਘ ਯੋਗੀ ਤਾਂ ਮੇਰੇ ਖਿਆਲ ਕਿਹੜਾ ਦੁਨੀਆ ਦਾ ਤਾਂ ਇਨਸਾਨ ਹੈ ਜਿਹਨੂੰ ਸ਼ਾਇਦ ਨਾ ਪਤਾ ਹੋਵੇ ਫਾਦਰ ਸਾਹਿਬ ਦਾ ਨਾਮ। ਐਂਡ ਆਈ ਐਮ ਦ 4th generation son doing my best efforts to uplift the Ayurveda। ਅਤੇ ਉਹਨਾਂ ਦੀ ਜਿਹੜੀ ਚਲਾਈਆਂ ਹੋਈਆਂ ਟਰੀਟਮੈਂਟਸ ਨੇ ਉਹਨੂੰ ਹੋਰ ਜ਼ਿਆਦਾ ਬੈਸਟ ਨਵੇਂ ਤਰੀਕੇ ਨਾਲ ਇਨੋਵੇਟਿਵ ਤਰੀਕੇ ਨਾਲ ਟਰੀਟਮੈਂਟਸ ਨੂੰ ਪੋਲਿਸ਼ ਕਰਕੇ ਅੱਗੇ ਹੋਰ ਪੇਸ਼ੈਂਟ ਨੂੰ ਦੇ ਰਹੇ ਹਾਂ ਸੋ ਦੈਟ ਵੀਲ ਗੈਟ ਦ ਬੈਸਟ ਪੋਸੀਬਲ ਰਿਜ਼ਲਟਸ। ਐਂਡ ਪਰਮਾਤਮਾ ਦੀ ਮਿਹਰ ਸਦਕਾ ਇਫ ਯੂ ਕੇਮ ਅਕ੍ਰੋਸ ਟੂ ਦ ਪ੍ਰੈਕਟੋ which is a medical app, ਉਹਦੇ 'ਚ ਵੀ ਗੋਟ ਬਾਈ ਦ ਗ੍ਰੇਸ ਆਫ ਗੋਡ 98% ਵੋਟਸ ਸਾਨੂੰ ਆਯੁਰਵੇਦਾ ਦੇ ਵਿੱਚ ਮਿਲੇ ਨੇ। ਐਂਡ ਮੋਰ ਦੈਨ 400 ਸਮਥਿੰਗ ਰਿਵਿਊਜ਼ ਵੀ ਹੈਵ ਵਿਦ ਦ ਕਲੀਨਿਕਲ ਸਟੱਡੀਜ਼ ਆਫ ਦ ਪੇਸ਼ੈਂਟਸ। ਅਲੱਗ-ਅਲੱਗ ਪ੍ਰੋਬਲਮਸ ਨੇ, ਹਰ ਪੇਸ਼ੈਂਟ ਦੇ ਕਾਜ਼ਜ਼ ਅਲੱਗ ਨੇ, ਰੂਟ ਕਾਜ਼ਜ਼ ਅਲੱਗ ਨੇ ਅਤੇ ਲਾਈਨ ਆਫ ਟਰੀਟਮੈਂਟਸ ਅਲੱਗ-ਅਲੱਗ ਹੋਣਗੇ। ਸੋ ਆਯੁਰਵੇਦਾ ਦੇ ਹਿਸਾਬ ਨਾਲ ਸਾਡੀ ਜਿਹੜੀ ਪ੍ਰਕਿਰਤੀਜ਼ ਨੇ ਉਹ ਡਿਫਰੈਂਟ ਪ੍ਰਕਿਰਤੀਜ਼ ਨੇ। ਉਹਦੇ ਹਿਸਾਬ ਨਾਲ ਹੀ ਅਸੀਂ ਪਲਸ ਡਾਇਗਨੋਸਿਸ ਕਰਦੇ ਹਾਂ, ਪੇਸ਼ੈਂਟ ਦੀ ਹਿਸਟਰੀ ਟੇਕਿੰਗ ਲੈਂਦੇ ਹਾਂ। ਪੇਸ਼ੈਂਟ ਦੀ ਹਿਸਟਰੀ ਟੇਕਿੰਗ ਲੈਣ ਤੋਂ ਬਾਅਦ ਫਿਰ ਵੀਲ ਪੁੱਟ ਹਿਮ ਇਨਟੂ ਦ ਲਾਈਨ ਆਫ ਟਰੀਟਮੈਂਟ ਵਿਦ ਦ ਰਿਜ਼ਲਟਸ। ਪੇਸ਼ੈਂਟ ਦੀ ਜਿੱਦਾਂ ਸਕਸੀਡ ਕਲੀਅਰ ਹੋ ਜਾਂਦਾ ਤਾਂ ਪੇਸ਼ੈਂਟ ਵਿਲ ਬੀ ਆਲ ਰਾਈਟ। ਫਿਰ ਅੱਗੇ ਉਹ ਰਿਪੀਟੀਸ਼ਨ ਪ੍ਰੋਬਲਮ ਜਿਹੜੀ ਹੈ ਰਿਲੈਪਸ ਪ੍ਰੋਬਲਮ ਆਉਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਆ ਅਨਟਿਲ ਅਨਲੈਸ ਪੇਸ਼ੈਂਟ ਕੋਈ ਅਣਗਹਿਲੀ ਕਰੇ ਜਾਂ ਉਹ ਬਦਪਰਹੇਜ਼ੀਆਂ ਦੁਬਾਰਾ ਸ਼ੁਰੂ ਕਰ ਦੇਵੇ। ਇਹ ਚੀਜ਼ ਹੈ। ਦਿਸ ਇਜ਼ ਆਲ ਅਬਾਊਟ ਅਸ ਇਨ ਦ ਆਯੁਰਵੇਦਾ ਐਂਡ ਮੀ ਐਂਡ ਮਾਈ ਵਾਈਫ ਬੋਥ ਆਰ BMS ਡਾਕਟਰਸ ਅਤੇ ਹਰ ਨੇਮ ਇਜ਼ ਡਾਕਟਰ ਇਕਨੀਤ ਕੌਰ। ਸ਼ੀ ਇਜ਼ ਆਲਸੋ ਇਨ ਦ ਫੀਲਡ ਆਫ ਆਯੁਰਵੇਦਾ। ਜਿਵੇਂ ਕਿ ਕਹਿੰਦੇ ਵੀ ਕੋਈ ਵੀ ਵਾਇਰਸ ਹੋਵੇ ਉਹਨੂੰ ਫਾਈਟ ਕਰਨ ਵਾਸਤੇ ਬੰਦੇ ਦੀ ਇਮਿਊਨਿਟੀ ਹੋਣੀ ਸਟਰੋਂਗ ਹੋਣੀ ਬੜੀ ਜ਼ਰੂਰੀ ਹੈ। ਐਗਜ਼ੈਕਟਲੀ। ਆਯੁਰਵੇਦਾ ਦੇ ਯੂਜ਼ ਨਾਲ ਇਮਿਊਨਿਟੀ ਕਿਵੇਂ ਬੈਟਰ ਕੀਤੀ ਜਾਂਦੀ ਹੈ? ਸਰ ਇਮਿਊਨਿਟੀ ਨੂੰ ਸਭ ਤੋਂ ਪਹਿਲਾਂ ਸਮਝਣ ਲਈ ਨਾ ਸਾਨੂੰ ਇਮਿਊਨਿਟੀ ਨੂੰ ਬੇਸਿਕ ਸਮਝਣਾ ਪਏਗਾ। ਇਮਿਊਨਿਟੀ ਹੈ ਕੀ ਚੀਜ਼? ਇਮਿਊਨਿਟੀ ਇਜ਼ ਡਿਫਾਈਨਡ ਐਜ਼ ਯੋਰ ਬੋਡੀ ਰੈਜ਼ਿਸਟੈਂਸ ਟੂਵਰਡਸ ਐਨੀਥਿੰਗ ਐਕਸਟਰਨਲ ਕਮਿੰਗ ਇਨਟੂ ਯੋਰ ਬੋਡੀ। ਠੀਕ ਹੈ। ਅਤੇ ਸਾਡੀ ਬੋਡੀ ਦੇ ਵਿੱਚ ਜਿਹੜਾ ਇਮਿਊਨ ਸਿਸਟਮ ਜਿੰਨਾ ਸਟਰੋਂਗ ਹੋਗਾ, ਜਿਹਨੂੰ ਅਸੀਂ ਆਯੁਰਵੇਦ ਦੇ ਵਿੱਚ ਜਾਂ ਹਿੰਦੀ ਵਿੱਚ ਬੜੀ ਸਿੰਪਲ ਭਾਸ਼ਾ ਵਿੱਚ ਰੋਗ ਪ੍ਰਤੀਰੋਧਕ क्षमता, मतलब to fight your disease. If your body is strong enough, then you don't have any small issues like sneezing, cough, cold, ਛੋਟੇ ਜਿਹੜੇ ਫਲੂਜ਼ ਨੇ ਆਪਾਂ ਨੂੰ ਕਦੇ ਤੰਗ ਨਹੀਂ ਕਰਦੇ। ਜਿੰਨੀ ਬੰਦੇ ਦੀ ਬੋਡੀ ਇਮਿਊਨ ਸਿਸਟਮ ਵੀਕ ਹੁੰਦਾ ਜਾਏਗਾ ਉਹ ਛੋਟੀ ਪ੍ਰੋਬਲਮਸ ਨਾਲ ਜਲਦੀ ਇਫੈਕਟ ਹੋਣਾ, ਉਹਨਾਂ ਨੂੰ ਸਰਦੀ ਜ਼ੁਕਾਮ ਬੁਖਾਰ ਹੋਣਾ ਵਾਰ-ਵਾਰ। ਕਈ ਤੁਸੀਂ ਪੇਸ਼ੈਂਟ ਸੁਣੇ ਹੋਣੇ ਰਿਲੈਪਸ, ਕਈਆਂ ਨੂੰ ਬੁਖਾਰ ਹਰ ਦੂਜੇ ਤੀਜੇ ਮਹੀਨੇ ਆਉਂਦਾ, ਕਈ ਲੋਕਾਂ ਨੂੰ ਹਰ ਮਹੀਨੇ 'ਚ ਟਾਈਫਾਈਡ ਹੁੰਦਾ, ਕਈਆਂ ਨੂੰ 6 7 ਸਾਲ ਤੋਂ ਟਾਈਫਾਈਡ ਲਗਾਤਾਰ ਰਹਿੰਦਾ। ਸੋ ਦੀਜ਼ ਆਰ ਆਲ ਦ ਪ੍ਰੋਬਲਮਸ ਵਿਚ ਆਰ ਕਮਿੰਗ ਬਿਕੋਜ਼ ਆਫ ਲੈਕ ਆਫ ਇਮਿਊਨਿਟੀ। ਅਤੇ ਜੇ ਅਸੀਂ ਇਮਿਊਨਿਟੀ ਦੀ ਗੱਲ ਕਰੀਏ ਅਕੋਰਡਿੰਗ ਟੂ ਆਯੁਰਵੇਦਾ, ਜਿਹੜੀ ਮੈਂ ਆਪਣੀ ਸਟੱਡੀ ਰੈਡੀ ਕੀਤੀ ਹੈ, ਅਤੇ ਇਹਨੂੰ ਜਿੱਦਾਂ ਅਸੀਂ ਕਹਿੰਦੇ ਵਿਆਧੀ ਸ਼ਮਤਾ। ਸੋ ਇਟ ਇਜ਼ ਪਿਓਰਲੀ ਦ ਬੇਸ ਆਫ ਯੋਰ ਆਪਣੀ ਇਮਿਊਨਿਟੀ। ਅੱਗੇ ਜੇ ਅਸੀਂ ਚੱਲਦੇ ਤਾਂ ਆਯੁਰਵੇਦ ਦੇ ਵਿੱਚ ਇਮਿਊਨਿਟੀ ਇਜ਼ ਆਫ 3 types। ਇਮਿਊਨਿਟੀ ਇਜ਼ ਬੇਸਿਕਲੀ ਕਾਲਜ ਇਮਿਊਨਿਟੀ ਹੈ। 3 types ਕਿਹੜੀਆਂ ਕੀ? ਜਿਹੜੀ ਕਾਲਜ ਇਮਿਊਨਿਟੀ ਇਟ ਇਜ਼ ਡਿਪੈਂਡਸ ਔਨ ਕਾਲ, ਜਿਹੜੇ ਰਿਤੂ ਕਾਲ ਨੇ ਸਾਡੇ 6 ਰਿਤੂਆਂ ਨੇ, ਸ਼ਿਸ਼ਿਰ ਬਸੰਤ ਗ੍ਰੀਸ਼ਮ ਵਰਸ਼ਾ ਸ਼ਰਦ ਹੇਮੰਤ। ਅਤੇ ਇਹ ਰਿਤੂ ਕਾਲ ਦੇ ਵਿੱਚ ਸਾਡੀ ਜਿਹੜੀ ਇਮਿਊਨਿਟੀ ਹੈ, ਸਾਡੀ ਜਿਹੜੀ ਬਲ ਹੈ ਸਰੀਰ ਦਾ, ਮੱਧਮ ਬਲ, ਹੀਨ ਬਲ ਔਰ ਪ੍ਰਵਰ ਬਲ, ਇਹ 3 ਤਰ੍ਹਾਂ ਦਾ ਬਲ ਸਾਡੇ ਆਯੁਰਵੇਦ ਵਿੱਚ ਜਿਹੜਾ ਐਕਸਪਲੇਨ ਕੀਤਾ ਗਿਆ। ਕਾਲਜ ਇਮਿਊਨਿਟੀ ਹੋ ਗਈ, ਘਟੇਗੀ ਜਾਂ ਵਧੇਗੀ ਅਕੋਰਡਿੰਗ ਟੂ ਸੀਜ਼ਨ। ਜੀ ਯੁਕਤੀ ਆ ਗਿਆ ਜਿਹੜਾ ਅਸੀਂ ਪਲਾਨਡ ਅਸੀਂ ਡਾਈਟ ਨਾਲ ਲੈ ਕੇ ਚੱਲਦੇ ਹਾਂ। ਸਾਡੀ ਡਾਈਟ ਪਲਾਨ ਐਂਡ ਐਕਸਰਸਾਈਜ਼ ਕੀ ਚੀਜ਼ ਹੈ। ਸੋ ਦਿਸ ਇਜ਼ ਆਲ ਬਿਕੋਜ਼ ਕਿ ਇਮਿਊਨਿਟੀ ਦੇ ਬਾਰੇ ਕਿ ਇਮਿਊਨਿਟੀ ਅਸੀਂ ਸਾਨੂੰ ਜਿਹੜੀ ਹੈ ਇਮਿਊਨਿਟੀ ਬੇਸਿਕ ਸਟੱਡੀ ਕੀ ਹੈ ਕਿ ਯੂ ਹੈਵ ਅ ਵੈਰੀ ਗੁੱਡ ਲੰਗ ਕੈਪੈਸਿਟੀ, you have a very good brain capacity, you have a very good physical capacity. So physically and mentally one should be very strong enough to combat all those things. ਬੰਦਾ ਕਈ ਵਾਰੀ ਤੁਸੀਂ ਦੇਖੇ ਹੋਣੇ 6 ਫੁੱਟ ਹਾਈਟ ਹੈ ਬੰਦੇ ਦੀ, ਬਟ ਛੋਟੀ ਜਿਹੀ ਗੱਲ ਹੋ ਜੇ ਟੈਨਸ਼ਨ ਲੈ ਜਾਂਦੇ। ਕਈ ਵਾਰੀ ਬੰਦੇ ਦੀ ਹਾਈਟ ਡਜ਼ਨਟ ਮੈਟਰ,
weight doesn't matter, ਸਭ ਤੋਂ ਵੱਡਾ ਉਹਦਾ ਬੋਨੀ Okay. ਸਟਰਕਚਰ ਹੈ ਜਿਹੜਾ ਉਹ ਅੱਛਾ। ਇੰਟਰਨਲ ਸਟਰੋਂਗ ਹੋਣਾ ਚਾਹੀਦਾ, ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਜਾਂ ਸਧਾਰਨ ਭਾਸ਼ਾ 'ਚ ਹੱਡ ਗੋਡੇ ਮਜ਼ਬੂਤ ਹੋਣਾ। your building blocks Right. your building blocks should be enough strong जी। so that you should fight with anything, either your emotional stress or mental stress or your body physical languages, ਕੋਈ ਤੁਹਾਨੂੰ problems ਨਹੀਂ ਆਉਂਦੀਆਂ, and you should be enough to fight with anything. so basically ਆਯੁਰਵੇਦਾ ਦੇ ਵਿੱਚ ਕੀ Right, ਕੀਤਾ ਜਾਂਦਾ ਹੈ immunity ਲੈ ਕੇ, ਤੁਹਾਨੂੰ ਪਸੀਨਾ ਆਉਣਾ ਬਹੁਤ ਜ਼ਰੂਰੀ ਹੈ। ਜਿਹੜੀ ਅੱਜ ਦੀ ਡੇਟ ਦੇ ਵਿੱਚ ਯੂਥ ਪਸੀਨਾ ਲੈਣ ਅੱਛਾ, ਨੂੰ ਪਸੀਨਾ ਆਣਾ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਸਭ ਤੋਂ ਵੱਡਾ ਅੱਜ ਦੀ ਡੇਟ ਦੇ ਵਿੱਚ ਅੱਛਾ ਸਰ, ਜੀ। ਮੈਂ ਅੱਜ ਦੀ ਡੇਟ ਹੁਣ ਤਾਂ ਅੱਜ 2020 ਹੈ, ਤੁਸੀਂ ਮੈਂ ਆਈ ਯੂਜ਼ ਟੂ ਰਿਮੈਂਬਰ ਵੈਨ ਆਈ ਵਾਜ਼ ਇਨ 10th ਔਰ 11th ਸਟੈਂਡਰਡ ਆਈ ਯੂਜ਼ ਟੂ ਲਾਈਕ ਪਰਫਿਊਮਸ ਐਂਡ ਆਲ ਦੈਟ। ਬੱਚਿਆਂ ਨੂੰ ਸ਼ੌਂਕ ਹੁੰਦਾ ਜਿੱਦਾਂ 7th 8th ਸਟੈਂਡਰਡ ਦੇ ਵਿੱਚ ਨਾ, ਅਤੇ ਪਰਫਿਊਮਸ ਡੈਡ ਮੈਨੂੰ ਕਹਿੰਦੇ ਸੀ ਲਗਾਓ ਜ਼ਰੂਰ, ਬਟ ਇਹਨਾਂ ਨੂੰ ਜ਼ਿਆਦਾ ਅਡੈਪਟ ਨਾ ਕਰੋ, ਕਿ ਪਸੀਨਾ ਆਉਣਾ ਤੁਹਾਡੇ ਲਈ ਬੋਡੀ 'ਚ ਬਹੁਤ ਜ਼ਰੂਰੀ। ਤੁਹਾਡੇ ਪੋਰਸ ਖੁੱਲ੍ਹਦੇ ਆ, ਯੂ ਫੀਲ ਯੋਰ ਬੋਡੀ ਲਾਈਟ, ਹਲਕੀ ਰਹਿੰਦੀ ਹੈ। ਜਿੰਨਾ ਤੁਸੀਂ ਆਪਣੀ ਬੋਡੀ ਨੂੰ ਪੋਰਸ ਬੰਦ ਕਰ ਲਓਗੇ, ਪਸੀਨਾ ਘੱਟ ਲਓਗੇ, ਐਕਸਰਸਾਈਜ਼ਸ ਘੱਟ ਕਰੋਗੇ, ਏਸੀ 'ਚ ਬਹੁਤ ਜ਼ਿਆਦਾ ਰਹੋਗੇ, ਦੈਨ ਯੂਰ ਬੋਡੀ ਵਿਲ ਬੀ ਮੋਰ ਇਮਿਊਨ, ਮਤਲਬ ਇਮਿਊਨਿਟੀ ਵੱਲ ਤੁਹਾਡੀ ਬੋਡੀ ਡਿਕਲਾਈਨ ਕਰੇਗੀ, ਤੁਸੀਂ ਪ੍ਰੋਬਲਮਸ ਵੱਲ ਜਲਦੀ ਜਾਓਗੇ। ਅੱਛਾ, ਇਸ ਤੋਂ ਬਾਅਦ ਅਸੀਂ ਇਮਿਊਨਿਟੀ ਹੋਰ ਸਟਰੋਂਗ ਕਰਨ ਲਈ ਸਾਨੂੰ ਡਾਈਜੈਸਟਿਵ ਸਿਸਟਮ ਸਟਰੋਂਗ ਕਰਨਾ ਬਹੁਤ ਜ਼ਰੂਰੀ ਹੈ। ਇਮਿਊਨਿਟੀ ਵਧੇਗੀ ਕਿੱਦਾਂ? ਜੇ ਤੁਹਾਡਾ Okay. ਖਾਦੀ ਪੀਤੀ ਖੁਰਾਕ ਹਜ਼ਮ Right. ਹੈ, ਸਿਆਣੇ ਬਜ਼ੁਰਗ ਕਹਿੰਦੇ ਲੱਕੜ ਪੱਥਰ ਹਜ਼ਮ, ਹਾਂਜੀ। ਜੇ ਤੁਹਾਡੇ ਖਾਦੀ ਪੀਤੀ ਖੁਰਾਕ ਹਜ਼ਮ ਹੈ ਹਾਂਜੀ, ਤੇ ਹਾਂਜੀ, ਉਹਦਾ ਹਾਂਜੀ, ਹਾਰਟ yes। ਪੰਪ ਕਰਕੇ ਬ੍ਰੇਨ ਨੂੰ ਸਰਕੂਲੇਸ਼ਨ ਦੇਗਾ, ਤੇ ਬ੍ਰੇਨ ਤੋਂ ਸਰਕੂਲੇਸ਼ਨ ਜਿਹੜੇ ਤੁਹਾਡੇ ਸੈਰੋਟੋਨਿਨ ਹਾਰਮੋਨਸ ਬਣਨੇ ਆ, ਇਮਿਊਨ ਸਿਸਟਮ ਤੁਹਾਡਾ ਸਟਰੋਂਗ ਉਹਦੇ ਨਾਲ ਹੀ ਹੋਣਾ। ਜਦ ਤੁਹਾਡੇ ਹਾਰਮੋਨ ਸਹੀ ਬਣਨਗੇ, ਤੁਹਾਨੂੰ એનર્ਜੀ ਲੈਵਲ ਅੱਛਾ ਹੋਊਗਾ, ਯੂ ਵਿਲ ਬੀ ਲੀਡਿੰਗ ਐਨੀ ਪਾਰਟ ਆਫ ਲਾਈਫ। ਤੋਂ ਤੁਹਾਡਾ ਮਿਹਦਾ ਜਿਹੜਾ ਹੈ ਖੁਰਾਕ ਹਜ਼ਮ ਜੀ। ਕਰਨ ਲਈ ਬਹੁਤ ਜ਼ਰੂਰੀ ਹੋਣਾ ਚਾਹੀਦਾ। ਇਸ 'ਤੇ ਹੁਣ ਮੈਂ ਤੁਹਾਨੂੰ ਇੱਕ ਸੇਇੰਗ ਦੱਸਾਂਗਾ, ਜਿਹਨੂੰ ਕਹਿੰਦੇ ਆ ਬੜਾ ਤੁਸੀਂ ਸੁਣੀ ਹੋਣੀ ਕਹਾਵਤ, ਸਿਆਣੇ ਕਹਿੰਦੇ ਨੇ ਜਿੱਦਾਂ ਮੱਥਾ ਠੰਡਾ, ਪੇਟ ਨਰਮ ਤੇ ਪੈਰ ਗਰਮ। ਯੂਰ forehead Absolutely, ਹਾਂਜੀ, ਮੇਰੇ ਦਾਦੀ ਜੀ used to say the same thing. Yes. ਸੋ ਸਰ forehead should always be ਬਿਲਕੁਲ cold। ਤੁਹਾਡਾ ਜਿਹੜਾ ਟੈਂਪਰਾਮੈਂਟ ਹੈ, ਮੱਥਾ ਬਿਲਕੁਲ ਹਾਂਜੀ। ਠੰਡਾ ਚਾਹੀਦਾ ਹੈ ਨਾ, ਪੇਟ ਬਿਲਕੁਲ ਨਰਮ ਚਾਹੀਦਾ। ਜਿੰਨਾ ਤੁਹਾਡਾ ਹਾਂਜੀ। ਪੇਟ ਨਰਮ ਹੈ, ਯੂ ਕੈਨ ਡਾਈਜੈਸਟ ਐਨੀਥਿੰਗ। ਤੁਸੀਂ ਕਹੋਗੇ ਘੰਟੇ 2 ਬਾਅਦ ਚੱਲ ਬਈ ਯਾਰ ਅਗਲੀ ਡਾਈਟ ਲਿਆ, ਜਾਂ 3-4 ਘੰਟੇ ਬਾਅਦ ਮੈਂ ਖਾਣਾ ਹਜ਼ਮ ਹੋ ਗਿਆ, ਪੇਟ 'ਚ ਭਾਰੀਪਨ ਨਹੀਂ ਆਏਗਾ, ਅਫਾਰਾ ਨਹੀਂ ਆਊਗਾ, ਹੈ ਨਾ। ਐਂਡ ਪੈਰ ਸ਼ੁੱਡ ਆਲਵੇਜ਼ ਬੀ ਹੌਟ, ਗਰਮ। ਪੈਰ ਜਿੰਨੇ ਠੰਡੇ ਰਹਿਣਗੇ, ਤੁਹਾਡੇ ਨਰਵਸ ਵੀਕ ਹੋ ਜਾਣਗੇ ਬੋਡੀ ਦੀਆਂ, ਤੁਹਾਨੂੰ ਜਿਹੜੀ ਲਥਾਰਜੀ ਬਹੁਤ ਰਹੇਗੀ, ਲੱਤਾਂ ਟੁੱਟਣਗੀਆਂ, ਥਕਾਵਟ ਆਏਗੀ, ਕਮਜ਼ੋਰੀ ਆਏਗੀ। ਪੇਸ਼ੈਂਟ ਕਹੇਗਾ ਮੈਨੂੰ ਕਮਰ 'ਚ ਦਰਦ ਰਹਿੰਦੀ ਹੈ, ਮੈਨੂੰ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਮੈਂ ਥੋੜ੍ਹਾ ਜਿਹਾ ਕੰਮ ਕਰਦਾ ਮੈਨੂੰ ਸਾਹ ਚੜ੍ਹਦਾ। ਸੋ ਥੀਸ ਆਰ ਦ ਬੇਸਿਕ ਥਿੰਗਸ ਵਟ ਆਈ ਬਿਲੀਵ ਕਿ ਆਪਾਂ ਨੂੰ ਇਹ ਅਡੈਪਟ ਕਰਨ ਦੀ ਲੋੜ ਹੈ। ਰਾਈਟ। ਅੱਛਾ, ਮੈਨੂੰ ਇੱਕ ਗੱਲ ਦੱਸੋ, ਅੱਜ ਕੱਲ ਹਰਬਲ ਟੀ ਦੇ ਪਿੱਛੇ ਸਾਰੀ ਦੁਨੀਆ ਭੱਜ ਰਹੀ ਹੈ ਜੀ ਇਹਦਾ ਬੈਨੀਫਿਟਸ ਕੀ ਹੈਗੇ ਆ ਹਰਬਲ ਟੀ ਦੇ? ਵਾਟ ਐਗਜ਼ੈਕਟਲੀ ਇਜ਼ ਇਟ? ਇਹ ਹੈ ਕੀ ਹੈ? ਸਰ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਕਨਸੈਪਟ ਨੂੰ ਕਲੀਅਰ ਕਰਨਾ ਚਾਹਾਂਗਾ। ਹਰਬਲ ਟੀ ਦੀ ਇੱਕ ਬਹੁਤ ਹੀ ਵਾਈਡ ਵੇਰੀਏਸ਼ਨ ਮਾਰਕੀਟ 'ਚ ਹੈ। ਇਟ ਇਜ਼ ਨਾਟ ਲਾਈਕ ਕਿ ਤੁਸੀਂ ਹਨੀ ਲੈਮਨ ਲੈ ਰਹੇ ਹੋ, ਹੈ ਨਾ, ਜਿੰਜਰ ਲੈਮਨ ਲੈ ਰਹੇ ਹੋ, ਜਾਂ ਹੋਰ ਡਿਫਰੈਂਟ ਟਾਈਪਸ ਆਫ ਟੀਜ਼। ਇਫ ਯੂ ਸਰਚ ਔਨ ਟੂ ਦ ਮਾਰਕੀਟ, ਥਾਊਜ਼ੈਂਡਸ ਆਫ ਟਾਈਪਸ ਆਫ ਹਰਬਲ ਟੀਜ਼ ਆਰ ਦੇਅਰ। ਅਤੇ ਉਹਨੂੰ ਹਰਬਲ, ਅਸੀਂ ਇਹਨਾਂ ਨੂੰ ਹਰਬਲ ਨਹੀਂ ਕਹਿ ਸਕਦੇ, ਅਸੀਂ ਬੇਸਿਕਲੀ ਹਰਬਲ ਦਾ ਇੱਕ ਕੋਂਬੋ ਕਹਾਂਗੇ, ਕਿ ਜਿਹਦੇ 'ਚ ਕਿ ਤੁਸੀਂ ਇੱਕ ਪ੍ਰੋਪਰ ਕੰਪੋਨੈਂਟਸ ਨੇ, ਜਿਹਦੇ ਤੁਸੀਂ ਤੁਲਸੀ, ਅਦਰਕ ਜਾਂ ਸ਼ੁੰਠੀ ਕਹਿ ਲਓ, ਸੁੰਡ ਜਿਹਨੂੰ ਕਹਿੰਦੇ ਹਨ, ਦੈਨ ਇਜ਼ ਉਸ ਤੋਂ ਬਾਅਦ ਇਲਾਵਾ ਤੁਸੀਂ ਜਿਹਨੂੰ ਅਸੀਂ ਅਸ਼ਵਗੰਧਾ ਕਹਿੰਦੇ ਹਾਂ, ਇਹ ਪੈ ਜੇ, ਜੋ ਆਯੁਸ਼ ਮੰਤਰਾਲੇ ਨੇ ਵੀ ਰਿਕਮੈਂਡ ਕੀਤਾ। ਅਤੇ ਹਰਬਲ ਟੀ ਸ਼ੁੱਡ ਹੈਵ ਅ ਵੈਰੀ ਕੰਪੋਜ਼ਿਟ ਥਿੰਗਸ ਹੋਣੀਆਂ ਚਾਹੀਦੀਆਂ, ਸੋ ਦੈਟ ਕਿ ਜਿਹਦੇ 'ਚ ਅਸੀਂ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਜਿੱਦਾਂ ਉਹਨਾਂ ਨੇ ਕਿਹਾ ਸ਼ੁੰਠੀ, ਤੁਲਸੀ, ਦੈਨ ਇਜ਼ ਯੋਰ ਕਾਲੀ ਮਿਰਚ ਹੋਣੀ ਬਹੁਤ ਜ਼ਰੂਰੀ ਹੈ। ਇਹ ਚੀਜ਼ਾਂ, ਕਾਲੀ ਮਿਰਚ ਦੇ ਵੀ ਤੁਸੀਂ ਲਿਖੋਗੇ ਬਹੁਤ ਫਾਇਦੇ ਨੇ, ਰੈਸਪੀਰੇਟਰੀ ਟਰੈਕ ਲਈ ਬਹੁਤ ਵਧੀਆ ਹੈ। ਤੁਲਸੀ ਤੁਹਾਡੇ ਲਈ ਡੀਕੰਜੈਸਟੈਂਟ ਹੈ, ਅਤੇ ਤੁਹਾਡਾ ਐਂਟੀ ਬੈਕਟੀਰੀਅਲ ਹੈ, ਐਂਟੀਸੈਪਟਿਕ ਪ੍ਰੋਪਰਟੀਜ਼ ਵੀ ਨੇ ਉਹਨਾਂ ਦੇ ਵਿੱਚ। ਉਸ ਤੋਂ ਬਾਅਦ ਜਿੱਦਾਂ ਅਸ਼ਵਗੰਧਾ ਪਾ ਸਕਦੇ ਹੋ, ਗੋਖਰੂ ਪੈ ਸਕਦਾ, ਉਹ ਫਿਰ ਮੈਡੀਸਨਲ ਲੈਵਲਸ 'ਤੇ ਆ ਜਾਂਦੀਆਂ। ਮੈਡੀਸਨਲ ਲੈਵਲਸ 'ਤੇ ਯੂ ਕੈਨ ਗਿਵ ਇਟ ਟੂ ਦਾ ਮੈਚਿਓਰ ਪੀਪਲ, ਜਿਹੜੇ ਅਬਵ 50s ਨੇ, ਉਹਨਾਂ ਨੂੰ ਬਹੁਤ ਜ਼ਰੂਰੀ ਹੈ ਲੈਣ ਦੀ ਲੋੜ, ਜਾਂ 60s ਨੇ, ਸੋ ਦੈਟ ਉਹਨਾਂ ਦਾ ਰੈਸਪੀਰੇਟਰੀ ਲੈਵਲ ਬਹੁਤ ਅੱਛਾ ਰਹੇ, ਅਤੇ ਕੰਪੋਜ਼ਿਟ ਜਿਹੜੀ ਹੈ ਤੁਹਾਡੀ ਹੈਲਥ ਜਿਹੜੀ ਹੈ ਬਹੁਤ ਸੋਹਣੀ ਚੱਲਦੀ ਰਹੇ। ਕਿਉਂਕਿ ਹਰਬਲ ਟੀ ਇਕੱਲਾ 1-2 ਚੀਜ਼ਾਂ ਪਾਉਣ ਨਾਲ ਉਸ ਨੂੰ ਹਰਬਲ ਟੀ ਨਹੀਂ ਹੀ ਸਰ ਕਹਿ ਸਕਦੇ, ਅਤੇ ਉਹਦੇ 'ਚ ਪ੍ਰੋਪਰ ਜਦ ਕੰਪੋਜ਼ਿਟ ਹੋਊਗਾ, ਤੁਹਾਡੇ ਟਰੈਕੀਆ ਨੂੰ ਕਲੀਨ ਕਰਨਾ। ਕੋਈ ਵੀ ਬੋਡੀ ਦੇ ਵਿੱਚ ਵਾਇਰਸ ਜਾਂ ਇਨਫੈਕਸ਼ਨ ਆਵੇ, ਉਹਨੂੰ ਤੁਹਾਨੂੰ ਇਮਿਊਨਿਟੀ, ਤੁਹਾਡੇ ਨੇਜ਼ਲ ਜਿਹੜੀ ਇਮਿਊਨਿਟੀ ਹੈ, ਨੇਜ਼ਲ ਦੀ ਜਿਹੜੀ ਐਪੀਥੀਲੀਅਮ ਹੈ, ਲਾਈਨਿੰਗ ਹੈ, ਥੋੜੀ ਇਨਫ ਸਟਰੋਂਗ ਹੋਵੇ, ਤੁਹਾਨੂੰ ਸਨੀਜ਼ਿੰਗ ਨਾ ਆਵੇ, ਤੁਹਾਡਾ ਗਲੇ ਦਾ ਜਿਹੜਾ ਟਰੈਕੀਆ ਹੈ, ਲੰਗਸ ਹੈ, ਇੰਨੇ ਕਲੀਨ ਹੋਣ, ਤਾਂ ਹੀ ਗਾਰਗਲਸ ਵੀ ਦੱਸੇ ਜਾ ਰਹੇ ਨੇ। ਹਲਦੀ ਵਾਲਾ ਦੁੱਧ ਵੀ ਹੈ, ਗੋਲਡਨ ਮਿਲਕ ਜਿਹਨੂੰ ਕਹਿੰਦੇ। ਸੋ ਦੇਰ ਆਰ ਸੋ ਮੈਨੀ ਥਿੰਗਸ ਕਿ ਤੁਹਾਡੀ ਟਰੈਕੀਆ ਜਿਹੜਾ ਅਪਰ ਰੈਸਪੀਰੇਟਰੀ ਟਰੈਕ ਹੈ, ਜਿਹਦੇ ਵਿੱਚ ਉਹ ਵਾਇਰਸ ਨੇ ਅਟੈਕ ਕਰਕੇ, ਕਿਸੇ ਵੀ ਤਰ੍ਹਾਂ ਦੇ ਵਾਇਰਸ ਨੇ ਅਟੈਕ ਕਰਨਾ ਜੇ, ਅਤੇ ਉਹਨੇ ਡੀਆਕਸੀਜਨੇਟਡ ਬਲੱਡ ਨੂੰ ਜਿਹੜਾ ਆਕਸੀਜਨੇਟਡ ਕਰਕੇ ਔਰਗਨਸ ਨੂੰ ਦੇਣਾ, ਉਹਨੂੰ ਰੋਕਦਾ ਹੈ। ਤਾਂ ਵਟ ਵੀ ਹੈਵ ਟੂ ਡੂ ਇਜ਼ ਵੀ ਹੈਵ ਟੂ ਮੇਨਟੇਨ ਆਰ ਇਮਿਊਨਿਟੀ। ਸਾਡੀ ਲੰਗਸ ਦੇ ਵਿੱਚ ਇੰਨਾ ਰੈਸਪੀਰੇਟਰੀ ਸਟਰੋਂਗ ਹੋਵੇ ਅਤੇ ਸਾਨੂੰ ਕਦੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਐਂਡ ਵਟ ਐਲਸ ਕਮ ਇਜ਼ ਲਾਈਕ ਜਿੱਦਾਂ ਹੁਣ ਅਸੀਂ ਇਫ ਵਿਲ ਟਾਕ ਅਬਾਊਟ ਆਰ ਹਰਬਲ ਟੀ ਅਦਰ ਦੈਨ ਆਯੁਰਵੇਦਾ ਜਿਹੜੀ ਹੋਰ ਟੀਜ਼ ਹੁੰਦੀਆਂ ਜਿਹੜੀ ਸਾਡੀ ਹੈ ਹਰਬਲ ਟੀ ਦਿਖਾਣਾ ਚਾਹੋਗੇ? ਯਾ ਸ਼ੋਰ ਥੈਂਕ ਯੂ ਸਰ ਸਰ એનર્ਜੀ ਹਰਬਲ ਟੀ ਇਫ ਯੂ ਸੇ ਇਟ ਦਿਸ ਇਜ਼ ਐਨ એનર્ਜੀ ਹਰਬਲ ਟੀ ਜਿਹਦੇ ਵਿੱਚ ਕਿ ਸਰ ਜਿਹੜੀ ਆਯੁਸ਼ ਮੰਤਰਾਲੇ ਨੇ ਜਿਹੜੀ ਚੀਜ਼ਾਂ ਦੱਸੀਆਂ ਉਹ ਤਾਂ ਹੈਗੀਆਂ ਨੇ ਉਸ ਤੋਂ ਇਲਾਵਾ ਸਰ ਸਾਡੀ ਜਿਹੜੀ ਟੀ ਹੈ ਉਹਦੇ ਸ਼ਿਲਾਜੀਤ ਹੈ ਅਸ਼ਵਗੰਧਾ ਹੈ ਗੋਖਰੂ ਹੈ ਸੌਂਫ ਹੈ ਤੇ ਮਜੀਠ ਹੈ ਸਰ ਸ਼ਿਲਾਜੀਤ ਦੀ ਤੁਹਾਨੂੰ ਪ੍ਰੋਪਰਟੀਜ਼ ਪਤਾ ਹੈ ਦੈਟ ਗਿਵਸ ਗੁੱਡ એનર્ਜੀ ਅਸ਼ਵਗੰਧਾ ਦਾ ਸਰ ਤੁਸੀਂ ਜੇ ਸਟੱਡੀ ਕਰਦੇ ਹੋ ਐਂਟੀ ਮਾਈਕਰੋਬੀਅਲ ਵੀ ਐਂਟੀਸੈਪਟਿਕ ਵੀ ਐਂਟੀ ਬੈਕਟੀਰੀਅਲ ਪ੍ਰੋਪਰਟੀਜ਼ ਵੀ ਨੇ ਅਸ਼ਵਗੰਧਾ ਇਜ਼ ਅ ਵੈਰੀ ਗੁੱਡ ਨਰਵਾਈਨ ਟੋਨਿਕ ਆਲਸੋ ਅੱਛਾ ਉਸ ਤੋਂ ਬਾਅਦ ਗੋਖਰੂ ਹੈ ਇਟ ਹੈਲਪਸ ਟੂ ਇਨਕਰੀਜ਼ ਯੋਰ ਇਮਿਊਨਿਟੀ ਸੌਂਫ ਹੈ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਸਹੀ ਰੱਖਦੀ ਹੈ ਮਜੀਠ ਹੈ ਤੁਹਾਡੀ ਸਕਿਨ ਨੂੰ ਡੀਟੌਕਸ ਸਰ ਕਲੀਨਜ਼ਿੰਗ ਕਰਨ ਦੇ ਵਿੱਚ ਬਹੁਤ ਹੈਲਪ ਕਰਦੀ ਹੈ ਸੋ ਥੀਸ ਆਰ ਦਾ ਬੇਸਿਕ ਐਂਡ ਬਹੁਤ ਹੀ ਸਰ ਅਸੀਂ ਜਿਹੜੀ ਹੈ ਇਹਦੀ ਸਾਡੀ ਲੀਡਿੰਗ ਟੱਚਵੁੱਡ ਬਹੁਤ ਸੋਹਣੀ ਇਹਦੀ ਮਾਰਕੀਟ ਹੈ ਐਕਸਪੋਰਟਸ ਦੇ ਵਿੱਚ ਵੀ ਐਂਡ ਪੀਪਲ ਆਰ ਟੱਚਵੁੱਡ ਬਹੁਤ ਨੋਮੀਨਲ ਪ੍ਰਾਈਸਿਸ ਰੱਖੀਆਂ ਨੇ ਸੋ ਦੈਟ ਐਵਰੀ ਵਨ ਕੈਨ ਬਾਏ ਹੈਂਡ ਟੂ ਹੈਂਡ ਅਤੇ ਉਹਨੂੰ ਇਹਦਾ ਰਿਜ਼ਲਟ ਵੀ ਮਿਲੇ ਐਂਡ ਪਰਮਾਤਮਾ ਦੇ ਮਿਹਰ ਸਦਕਾ ਬਹੁਤ ਕੰਪਲੀਮੈਂਟਸ ਵੀ ਮਿਲਦੇ ਨੇ ਜੀ ਸੈਨੀਟਾਈਜ਼ਰਸ ਜਿਹੜੇ ਹੁੰਦੇ ਆ ਅੱਜ ਕੱਲ੍ਹ ਇੱਕ ਤਾਂ ਨਾਰਮਲ ਸੈਨੀਟਾਈਜ਼ਰਸ ਹੈ ਤੇ ਇੱਕ ਹਰਬਲ ਸੈਨੀਟਾਈਜ਼ਰ ਦੋਨੋਂ ਦੇ ਵਿੱਚ ਬੇਸਿਕ ਡਿਫਰੈਂਸ ਕੀ ਹੈ ਸਰ ਵੈਰੀ ਬਹੁਤ ਵਧੀਆ ਸਰ ਕੁਐਸਚਨ ਕੀਤਾ ਜਿਹੜਾ ਸਰ ਅਸੀਂ ਹਰਬਲ ਸੈਨੀਟਾਈਜ਼ਰ ਲਾਂਚ ਕੀਤਾ ਹੈ ਇਹਦੇ 'ਚ ਸਰ ਜਿਹੜਾ ਨਾਰਮਲ ਸੈਨੀਟਾਈਜ਼ਰ ਹੈ ਸਰ ਉਹਦੇ ਤੁਸੀਂ ਦੇਖੋਗੇ ਆਈਪੀ ਅਲਕੋਹਲ 70% ਹੈ ਅਤੇ ਜਿਹਦੀ ਤੁਸੀਂ ਮਾਰਕੀਟ ਦੇ ਵਿੱਚ ਪਹਿਲੇ 2 ਸਾਲ 3 ਸਾਲ ਪਹਿਲੇ ਵੀ ਦੇਖੋਗੇ ਸੈਨੀਟਾਈਜ਼ਰਸ ਬਹੁਤ ਆਉਂਦੇ ਨੇ ਬਟ ਹਸਪੀਟਲ 'ਚ ਯੂਜ਼ ਹੋ ਰਹੇ ਸੀ ਬਟ ਆ ਜਿਹੜਾ ਹੁਣ ਵਾਇਰਸ ਦਾ ਫੇਸ ਚੱਲਿਆ ਉਸ ਤੋਂ ਬਾਅਦ ਤਾਂ ਹਰ ਇੱਕ ਕਾਮਨ ਲੇਮੈਨ ਇਨਸਾਨ ਨੂੰ ਵੀ ਇੱਕ ਸੈਨੀਟਾਈਜ਼ ਕਰਨ ਲਈ ਲੋੜ ਹੈ ਸੈਨੀਟਾਈਜ਼ ਦੇ ਵਿੱਚ ਬੇਸਿਕਲੀ ਸਰ ਐਲਕੋਹਲ ਪਾਉਣ ਦੇ ਨਾਲ ਕੀ ਕਰਦੇ ਜਿਹੜੀ ਨਾਰਮਲ ਦੂਜੀ ਮਾਡਰਨ ਮੈਡੀਸਨ ਦੇ ਵਿੱਚ ਕਰਦੇ ਆ ਉਹ ਕੀ ਹੁੰਦਾ ਸਰ ਉਹਦੇ ਸਮੈਲ ਬਹੁਤ ਜ਼ਿਆਦਾ ਹੁੰਦੀ ਹੈ ਸਟਿਕੀ ਹੁੰਦਾ ਹੈ ਐਂਡ ਇਟਸ ਲਾਈਕ ਬਹੁਤ ਵਾਟਰੀ ਹੁੰਦਾ ਹੈ ਐਂਡ ਸਮੈਲੀ ਹੁੰਦਾ ਹੈ ਅਤੇ ਸਭ ਤੋਂ ਵੱਡਾ ਹਾਰਸ਼ ਹੁੰਦਾ ਹੈ ਅਤੇ ਸਕਿਨ ਡਰਾਈ ਕਰ ਦਿੰਦਾ ਹੈ ਤਾਂ 5-6 ਨੁਕਸਾਨ ਨੇ ਪਰ ਜਿਹੜਾ ਸਾਡਾ ਆਯੁਰਵੇਦਾ ਦਾ ਅਸੀਂ ਸੈਨੀਟਾਈਜ਼ਰ ਟਰਾਈ ਬਣਾਇਆ ਹੈ ਅਤੇ ਇਹ ਜਿਹੜਾ ਸੈਨੀਟਾਈਜ਼ਰ ਸਰ ਇਹਨੂੰ ਤੁਸੀਂ ਦੇਖੋਗੇ ਸਰ ਇਟ ਇਜ਼ ਲਾਈਟ ਗ੍ਰੀਨ ਇਨ ਕਲਰ ਇਕੋ ਗ੍ਰੀਨ ਕਲਰ ਦਿੱਤਾ ਅਸੀਂ ਐਂਡ ਇਟ ਇਜ਼ ਜੈਲ ਇਨ ਫੋਰਮ ਇਫ ਆਈਲ ਪੋਰ ਔਨ ਟੂ ਮਾਈ ਹੈਂਡ ਆਈ ਐਮ ਪੋਰਿੰਗ ਇਟ ਔਨ ਹੈਂਡ ਅਤੇ ਇਹ ਬਹੁਤ ਜੈਲੀ ਫੋਰਮ ਹੈ ਅਤੇ ਇਹਦੇ ਦੇਖੋਗੇ ਸਰ ਇਹ ਨੋਨ ਸਟਿਕੀ ਹੈ ਨੋਨ ਸਮੈਲੀ ਹੈ ਕੋਈ ਐਲਕੋਹਲ ਨਹੀਂ ਹੈ ਇਹਦੇ 'ਚ ਇੱਦਾਂ ਦੀ ਸਮੈਲ ਸੋ ਆਈਪੀ ਐਲਕੋਹਲ ਤਾਂ ਇਹਦੇ 'ਚ ਵੀ 70% ਬਟ ਸਮੈਲੀ ਨਹੀਂ ਹੈ ਸਟਿਕੀ ਨਹੀਂ ਹੈ ਹਾਰਸ਼ੀ ਨਹੀਂ ਹੈ ਤੁਹਾਡੇ ਸਕਿਨ ਡਰਾਈ ਨਹੀਂ ਕਰਦਾ ਤੁਹਾਨੂੰ ਇਰੀਟੇਸ਼ਨ ਨਹੀਂ ਹੁੰਦੀ ਕਈ ਲੋਕ ਤੁਸੀਂ ਨਾ ਸੈਨੀਟਾਈਜ਼ਰ ਦੀ ਕੰਪਲੇਂਟ ਸੁਣੀਆਂ ਹੋਣੀਆਂ ਲੋਕਾਂ ਦੇ ਹੱਥ ਕੱਟਣੇ ਸ਼ੁਰੂ ਹੋ ਗਏ ਨੇ ਹਲਕੇ ਫਿੰਗਰ ਨਾ ਟਿਪਸ ਡਰਾਈਨੈਸ ਕਰਕੇ ਬਹੁਤ ਜ਼ਿਆਦਾ ਅਤੇ ਉਹ ਡਰਾਈਨੈਸ ਬਹੁਤ ਜ਼ਿਆਦਾ ਦਿੰਦੇ ਆ ਅਤੇ ਸਾਡੇ ਪਰਮਾਤਮਾ ਦੀ ਮਿਹਰ ਸਦਕਾ ਜਿਹੜੀ ਫਾਰਮੂਲੇਸ਼ਨ ਰੈਡੀ ਕੀਤੀ ਹੈ ਦੈਟ ਇਜ਼ ਵੈਰੀ ਗੁੱਡ ਅਤੇ ਇਹਦੇ 'ਚ ਸਰ ਜਿਹੜੀ 4 ਚੀਜ਼ਾਂ ਨੇ ਮੇਨ ਹਰਬਲ ਸੈਨੀਟਾਈਜ਼ਰ ਦੇ ਪੁਆਇੰਟ 'ਤੇ ਆਉਂਦੇ ਆ ਇਟ ਕੰਸਿਸਟ ਆਫ ਸਰ ਉਸ਼ੀਰ ਨਾਗਰ ਮੋਥਾ ਛਤੀ ਔਰ ਨੀਮ ਸੋ ਸਰ ਜੇ ਅਸੀਂ ਲੈ ਕੇ ਚੱਲਦੇ ਨਾਗਰ ਮੋਥਾ ਹੈ ਸਰ ਇਟ ਇਜ਼ ਐਂਟੀ ਐਲਰਜਿਕ ਐਂਡ ਐਂਟੀ ਫੰਗਲ ਪ੍ਰੋਪਰਟੀਜ਼ ਨੇ ਅਤੇ ਸਰ ਛਤੀ ਹੈ ਫੰਗਲ ਇਨਫੈਕਸ਼ਨ ਨੂੰ ਕਵਰ ਅਪ ਕਰਦਾ ਹੈ ਅਤੇ ਨੀਮ ਦੀ ਸਰ ਸਾਰੀ ਦੁਨੀਆ ਨੂੰ ਪਤਾ ਪ੍ਰੋਪਰਟੀਜ਼ ਨੀਮ ਦੇ ਕੀ ਫਾਇਦੇ ਨੇ ਸਰ ਐਂਟੀ ਬੈਕਟੀਰੀਅਲ ਐਂਟੀ ਇਨਫੈਕਸ਼ਨ ਹੈ ਅਤੇ ਐਂਟੀਸੈਪਟਿਕ ਪ੍ਰੋਪਰਟੀਜ਼ ਨੇ ਐਂਟੀ ਬੈਕਟੀਰੀਅਲ ਵੀ ਹੈ ਨਾਲੇ ਸੋ ਦੇਰ ਆਰ ਦਿਸ ਇਜ਼ ਅ ਕੰਬੀਨੇਸ਼ਨ ਐਂਡ ਟੱਚਵੁੱਡ ਬਹੁਤ ਸੋਹਣੀ ਫਾਰਮੂਲੇਸ਼ਨ ਸਾਡੀ ਹੈ ਜਿਹੜੀ ਬਣੀ ਹੈ ਅਤੇ ਪਰਮਾਤਮਾ ਦੀ ਮਿਹਰ ਸਦਕਾ ਕਈ ਜਥੇਬੰਦੀਆਂ ਦੇ ਵਿੱਚ ਵੀ ਸਾਡਾ 200 ਲੀਟਰ 500 ਲੀਟਰ ਬਹੁਤ ਸੋਹਣੀ ਸੰਗਤ ਮੰਗਾ ਰਹੀ ਔਰ ਬਹੁਤ ਰੀਜ਼ਨੇਬਲ ਰੇਟਸ 'ਤੇ ਰੱਖੇ ਨੇ ਅਸੀਂ ਸਰਵ ਵੀ ਕਰ ਰਹੇ ਹਾਂ ਡੋਨੇਟ ਵੀ ਕਰ ਰਹੇ ਹਾਂ ਸੋ ਦੈਟ ਘਰ ਘਰ ਤੱਕ ਬੰਦੇ ਤੱਕ ਜਿੰਨਾ ਅਸੀਂ ਕਰ ਸਕਦੇ ਹਾਂ ਡਿਊਰਿੰਗ ਦ ਫੇਜ਼ ਆਫ ਲੋਕਡਾਊਨ everybody will get the maximum benefits out of that ਜਿਸ ਸੈਨੀਟਾਈਜ਼ਰ ਤੋਂ ਬਾਅਦ ਮੈਂ ਅੱਜ ਕੱਲ੍ਹ ਵੈਸਟਰਨ ਕਮਿਊਨਿਟੀਜ਼ ਦੇ ਵਿੱਚ ਨਾ ਬੜਾ ਕ੍ਰੇਜ਼ ਦੇਖ ਰਿਹਾ ਹੈਗਾ ਸਾਰਿਆਂ ਦੇ ਵਿੱਚ ਦ ਗੋਲਡਨ ਮਿਲਕ ਇਹ ਹੈ ਕੀ ਹੈ ਮਤਲਬ ਦੁਨੀਆ ਇਹਦੇ ਪਿੱਛੇ ਭੱਜ ਰਹੀ ਹੈ ਵਾਟ ਐਗਜ਼ੈਕਟਲੀ ਇਜ਼ ਗੋਲਡਨ ਮਿਲਕ ਸਰ ਜਿਹੜਾ ਗੋਲਡਨ ਮਿਲਕ ਹੈ ਨਾ ਦਿਸ ਇਜ਼ ਨਥਿੰਗ ਬਟ ਆਪਣਾ ਹਲਦੀ ਵਾਲਾ ਦੁੱਧ ਹੈ ਟਰਮਰਿਕ ਅੱਛਾ ਜਿਹੜੇ ਕਹਿੰਦੇ ਵੀ ਚੋਟ ਲੱਗ ਗਈ ਤਾਂ ਰਾਤੀ ਸੌਣ ਤੋਂ ਪਹਿਲਾਂ ਇੱਕ ਵਾਰੀ ਹਲਦੀ ਵਾਲਾ ਦੁੱਧ ਪੀ ਲਓ ਓਕੇ ਜਿਹੜਾ ਹਲਦੀ ਤਾਂ ਸਰ ਟਰਮਰਿਕ ਹੈ ਜੇ ਤੁਸੀਂ ਮੈਂ ਲੈ ਕੇ ਚੱਲਾਂ ਨਾ ਮੈਂ ਹਲਦੀ ਦੀ ਖੁਦ ਦੀ ਇੰਨੀ ਤਾਰੀਫਾਂ ਕਰਾਂ ਤਾਂ ਘੱਟ ਹੈ ਹਲਦੀ ਕਿੱਦਾਂ ਦੀ ਚੀਜ਼ ਹੈ ਮਤਲਬ ਉਹ ਸਰ ਜਿੱਥੇ ਕਹਿੰਦਾ ਨਾ ਬ੍ਰਹਮਸਤਰ ਹੈ ਉਹ ਮਾਸਟਰ ਕਾਰਡ ਹੈ ਜਿੱਥੇ ਮਰਜ਼ੀ ਲਾ ਦਿਓ ਕੰਮ ਕਰ ਜਾਂਦਾ ਉਹ ਜਿੱਥੇ ਤੱਕ ਮੇਰਾ ਬਿਲੀਵ ਹੈ ਮੇਰੀ ਕਲੀਨਿਕਲ ਪ੍ਰੈਕਟਿਸ ਦੇ ਵਿੱਚ ਅਤੇ ਕਈ ਤੁਸੀਂ ਪੇਸ਼ੈਂਟ ਮੈਂ ਹਲਦੀ ਦਾ ਬੜਾ ਬੇਸਿਕ ਤੁਹਾਨੂੰ ਫਾਇਦਾ ਦੱਸਦਾ ਜਿਹੜੇ ਲੋਕਾਂ ਨੂੰ ਇਸ ਵਾਇਰਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਡਾਈਜੈਸਟਿਵ ਪ੍ਰੋਬਲਮ ਨੇ ਐਸੀਡਿਟੀ ਹੈ ਗੈਸ ਹੈ ਤੇਜ਼ਾਬੀ ਮਾਦਾ ਰਹਿੰਦਾ ਠੀਕ ਹੈ ਉਹਦੇ ਵਿੱਚ ਵੀ ਸਰ ਜੇ ਪੇਸ਼ੈਂਟ ਕੋਈ ਵੀ ਅੱਧੀ ਕਟੋਰੀ ਦਹੀਂ ਅਤੇ ਅੱਧਾ ਕੁ ਚਮਚਾ ਹਲਦੀ ਪਾ ਕੇ ਜੇ ਪੇਸ਼ੈਂਟ ਖਾਲੀ ਪੇਟ ਲੈਂਦਾ ਹੈ ਉਹ 15 ਕੁ ਦਿਨ ਲੈ ਲੈ ਜੇ ਉਹਨੂੰ ਜੋੜਾਂ ਦੀ ਦਰਦ ਨਹੀਂ ਦਹੀਂ ਐਂਡ ਹਲਦੀ ਜਾਂ ਜੇ ਉਹਨੂੰ ਜੋੜਾਂ ਦੀ ਦਰਦ ਨਹੀਂ ਹੈ ਰਿਪੀਟ ਔਰ ਜੇ ਉਹਨੂੰ ਕੋਈ ਲੰਗਸ ਦੇ ਇਸ਼ੂ ਨਹੀਂ ਹੈ ਤਾਂ ਉਹ ਦਹੀਂ ਹਲਦੀ ਲੈ ਸਕਦਾ ਜੇ ਉਹਨਾਂ ਨੂੰ ਜੋੜਾਂ ਦੀ ਦਰਦ ਹੈ ਔਰ ਜੇ ਉਹਨਾਂ ਨੂੰ ਲੰਗਸ ਦੇ ਰਿਲੇਟਡ ਇਸ਼ੂ ਨੇ ਤਾਂ ਉਹ ਦਹੀਂ ਨਹੀਂ ਲੈਣਗੇ ਉਹ ਦੁੱਧ ਵਿੱਚ ਪਾ ਕੇ ਲੈ ਸਕਦੇ ਆ ਅਤੇ ਜਿਨ੍ਹਾਂ ਨੂੰ ਜੋੜਾ ਦਰਦਾਂ ਅਤੇ ਲੰਗਸ ਦੇ ਇਸ਼ੂਜ਼ ਨੇ ਦਹੀਂ ਅਤੇ ਹਲਦੀ ਦਹੀਂ ਅਤੇ ਹਲਦੀ ਨਹੀਂ ਉਹ ਗੋਲਡਨ ਮਿਲਕ ਹੋ ਗਿਆ ਸਰ
ये कॉन्सेप्ट है सर गोल्डन कर्ड का। अच्छा गोल्डन में ये गोल्डन योगर्ट हो गया। राइट 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 तो गोल्डन योगर्ट ਦੇ ਵਿੱਚ ठीक what we है, have to do ठीक is है। ਅੱਧੀ ਕਟੋਰੀ ਦਹੀਂ, ਪੌਣੀ ਕਟੋਰੀ ਹਾਂਜੀ। ਲਾਈਟਸ ਅਰਾਊਂਡ ਯੂ ਹਾਂਜੀ। ਕੈਨ ਸੇ 50 to 100 grams of ਦਹੀਂ। ਉਹਦੇ 'ਚ ਇੱਕੋ ਚਮਚਾ ਹਲਦੀ ਪਾ ਲਓ, ਪੌਣਾ ਅੱਛਾ ਜੀ। ਚਮਚ ਇੱਕ ਚਮਚ ਡਿਪੈਂਡਿੰਗ ਔਨ ਯੋਰ ਹਾਈਟ ਐਂਡ weight, ਤੇ ਉਹ ਤੁਸੀਂ ਮਿਕਸ ਕਰਕੇ ਦਹੀਂ ਹਲਦੀ ਹੈ ਜਿਹੜੀ ਖਾਲੀ ਪੇਟ ਲੈਣੀ ਹੈ। ਐਂਡ ਬਿਲੀਵ ਮੀ ਸਰ 10 ਕੁ ਦਿਨ Right. ਬੰਦਾ ਡੇਲੀ ਲੈ ਲੇ, ਉਹਨੂੰ ਪੇਟ ਦੀ ਜਿਹੜੀ ਐਸਿਡਿਟੀ ਤੇਜ਼ਾਬੀ ਮਾਦਾ ਸਭ ਕੁਝ ਬਣਦਾ ਐਂਡ ਫਸਟ ਕਲਾਸ ਹੋ ਜਾਏਗਾ। ਉਹਦੀ ਐਸਿਡਿਟੀ ਦਾ ਇਸ਼ੂ ਬਹੁਤ ਸੋਹਣੇ ਰਿਕਵਰ ਕਰਦੇ ਆ। ਫਿਰ ਹੁਣ ਜਿਹੜਾ ਆਪਾਂ ਗੋਲਡਨ ਮਿਲਕ ਦੀ ਗੱਲ ਕਰਾਂ ਜੋ ਆਯੁਸ਼ ਮੰਤਰਾਲੇ ਨੇ ਰਿਕਮੈਂਡ ਕੀਤਾ, ਜਿਹਦੇ ਪਿੱਛੇ ਹੁਣ ਯੂਥ ਸੁਚੇਤ ਹੋਈ ਹੈ, ਹਾਂਜੀ। ਤਾਂ ਮੋਦੀ ਜੀ ਨੇ ਬਹੁਤ ਹੀ ਅੱਛਾ ਹਾਂਜੀ। ਉਪਰਾਲਾ ਦਿੱਤਾ ਕਿ ਆਯੁਸ਼ ਨੂੰ ਅੱਗੇ ਆਉਣ ਦਾ, ਕਿ ਆਯੁਰਵੇਦਾ ਦੇ ਰਿਲੇਟਡ ਅੱਛਾ। ਅਸੀਂ ਹੁਣ ਮਤਲਬ ਜਿਹੜਾ ਹੈ ਬਹੁਤ ਅੱਛੇ ਲੈਵਲ ਤੇ ਕੰਮ ਕਰੀਏ। ਸੋ ਇਹਦੇ 'ਚ ਲੈ ਕੇ ਚੱਲਦੇ ਸਰ ਜਿਹੜਾ ਟਰਮਰਿਕ ਹੈ ਇਹ ਤਾਂ ਬੇਸਿਕ ਕੰਪਾਊਂਡ ਕੀ ਇਹਦੇ ਸਰ ਕਰਕਿਊਮਿਨ। ਕਰਕਿਊਮਿਨ ਇਜ਼ ਅ ਕੰਪਾਊਂਡ ਵਿਚ ਵਰਕਸ, ਅੱਛਾ। ਜਿਹਦੀ ਪ੍ਰੋਪਰਟੀਜ਼ ਨੇ ਸਰ ਐਂਟੀ Okay. ਇਨਫਲੈਮੇਟਰੀ, ਐਂਟੀ ਸੈਪਟਿਕ, ਐਂਟੀ ਆਕਸੀਡੈਂਟ ਐਂਡ ਇਹ ਡਾਈਜੈਸ਼ਨ ਨੂੰ ਇੰਪਰੂਵ ਕਰਦੀ ਹੈ। ਇਹਦੇ 'ਚ ਕੀ ਕਰਨਾ Okay. ਸਰ, ਜਿਹੜਾ ਇਹਨੂੰ ਗੋਲਡਨ ਮਿਲਕ ਵੀ ਬਣਾ ਸਕਦੇ ਹੋ ਔਰ ਇਹਨੂੰ ਗੋਲਡਨ ਟੀ ਵੀ ਲੈ ਸਕਦੇ ਹੋ। ਇਹਦੇ ਇੱਕ ਫੰਡਾ ਹੋਰ ਹੈ, ਜੇ ਤੁਸੀਂ ਗੋਲਡਨ ਟੀ ਲੈਣਾ ਚਾਹੁੰਦੇ ਹੋ ਤਾਂ ਇਹਨੂੰ ਪਾਣੀ 'ਚ ਵੀ ਬੋਇਲ ਕਰਕੇ, ਗਰਮ ਪਾਣੀ 'ਚ ਨਾ ਪਾ ਕੇ ਮਿਕਸ ਕਰਕੇ ਸਟਰ ਕਰਕੇ ਲੈ ਲਓ। ਔਰ ਜੇ ਤੁਸੀਂ ਦੁੱਧ ਨਾਲ ਲੈਣਾ ਚਾਹੁੰਦੇ ਹੋ, ਕਈ ਲੋਕ ਦੁੱਧ ਨਹੀਂ ਪਸੰਦ ਕਰਦੇ ਜਾਂ ਕਈਆਂ ਨੂੰ ਲੈਕਟੋਜਨ ਟੋਲਰੈਂਸ ਅੱਛਾ ਹੈ, ਜੀ। ਇੰਟੋਲਰੈਂਸ ਹੈ ਕਿ ਉਹਨਾਂ ਨੂੰ ਦੁੱਧ ਪਚਦਾ ਨਹੀਂ ਹੈ, ਤੇ ਉਹ ਪਾਣੀ ਦੇ ਵਿੱਚ ਵੀ ਮਿਕਸ ਕਰਕੇ ਹਲਦੀ ਨੂੰ ਲੈ ਸਕਦੇ ਆ। ਇਟ ਗਿਵਸ ਅ ਵੈਰੀ ਗੁੱਡ ਇਫੈਕਟ। ਤੇ Right. ਹੁਣ ਸਰ ਅਸੀਂ ਜੇ ਹਲਦੀ ਲੈਂਦੇ ਰੈਗੂਲਰ ਸਰ, ਇਹ ਹਾਰਟ ਰਿਸਕ ਨੂੰ ਤੁਹਾਡੀ ਠੀਕ ਕਰਦੀ ਹੈ, ਕੰਟਰੋਲ ਰੱਖਦੇ, ਪਲੇਗ ਫਾਰਮੇਸ਼ਨ ਨਹੀਂ ਹੋਣ ਦਿੰਦੀ। ਉਸ ਤੋਂ ਬਾਅਦ ਐਂਟੀ ਇਨਫਲਾਮੇਟਰੀ ਹੈ ਸਰ, ਜੁਆਇੰਟਸ ਪੇਨ ਜਿਹੜੇ ਗਠੀਆ ਦੇ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਇਨੀਸ਼ੀਅਲ ਸਟੇਜਸ ਆਫ ਗਠੀਆ ਹੈ, ਅਥਰਾਈਟਸ ਹੈ ਸਰ, ਉਹਨਾਂ ਲਈ ਬਹੁਤ ਫਾਇਦੇਮੰਦ ਹੈ। ਇਟ ਲੋਅਰਸ ਦ ਰਿਸਕ ਆਫ ਯੋਰ ਸਰ ਕੈਂਸਰ ਇਸ਼ੂਜ਼ ਨੂੰ ਬਹੁਤ ਕੰਟਰੋਲ ਰੱਖਦਾ ਹੈ। ਜੇ ਸਟੱਡੀਜ਼ ਤੁਸੀਂ ਚੈੱਕ ਕਰੋ 2000 ਆਪਣੀ 8-9 ਦੀ। ਉਸ ਤੋਂ ਬਾਅਦ ਸਰ ਇਹ ਬਾਈਲ ਨੂੰ ਇਨਕਰੀਜ਼ ਕਰਦਾ ਹੈ, ਤੁਹਾਡੇ ਲੀਵਰ ਨੂੰ ਰੀਜੂਵੀਨੇਟ ਵੀ ਕਰਦਾ ਹੈ। ਸਭ ਤੋਂ ਵੱਡਾ ਲੀਵਰ ਰੀਜੂਵੀਨੇਟ ਹੋਣ ਦੇ ਨਾਲ ਕੀ ਕਿ ਤੁਹਾਡੇ ਜਿਹੜੇ ਲੀਵਰ ਦੇ ਸੈਲਸ ਡੈਡ ਹੁੰਦੇ ਨੇ ਐਲਕੋਹਲਿਕ ਪੇਸ਼ੈਂਟਸ ਲਈ, ਉੱਥੇ ਬਹੁਤ ਸਰ ਫਾਇਦਾ ਕਰਦਾ ਹੈ। ਪਲੱਸ ਸਰ ਇਹ ਜਿਹੜਾ ਹੈ ਤੁਹਾਡੀ ਜਿਹੜਾ ਇਹਦਾ ਜਿਹੜਾ ਬੈਨੀਫਿਟ ਹੈ, ਮੋਸਟ ਇੰਪੋਰਟੈਂਟ ਬੈਨੀਫਿਟ ਇਹਦਾ, ਇਹਨੂੰ ਐਮਟੀ ਸਟਮਕ ਲੈਣ ਦਾ ਫਾਇਦਾ। ਜਿਹਨੂੰ ਤੁਸੀਂ ਪਾਣੀ 'ਚ ਮਿਕਸ ਕਰਕੇ ਗਰਮ ਪਾਣੀ, ਜਿੱਦਾਂ ਅਸੀਂ 200 ਗ੍ਰਾਮ ਪਾਣੀ ਹੋ ਅੱਛਾ, ਗਿਆ, ਸਵੇਰੇ ਉੱਠ 300 ਕੇ। ਗ੍ਰਾਮ ਪਾਣੀ, ਹਾਂਜੀ 300 ਗ੍ਰਾਮ ਪਾਣੀ ਗਰਮ ਕਰ ਲਓ, ਬੋਇਲ ਕਰਕੇ ਲੈਟ ਇਟ ਕੂਲ ਡਾਊਨ, ਉਹਦੇ ਤੁਸੀਂ ਆਪਣਾ ਪੌਣਾ ਕੁ ਚਮਚ ਹਲਦੀ ਦਾ ਪਾ ਲਓ, ਮਿਕਸ ਕਰਕੇ ਉਹਨੂੰ ਹੌਲੀ ਹੌਲੀ Right. ਧੀਰੇ ਧੀਰੇ ਪੀ ਜਾਓ। ਇਹਨਾਂ ਨੂੰ ਸਟਰ ਕਰਨਾ ਕਿਉਂਕਿ ਹਲਦੀ ਨਾ ਥੋੜੀ ਸੈਟਲ ਡਾਊਨ ਹੋ ਜਾਂਦੀ ਹੈ। ਸੋ ਸਟਰ ਇਟ ਪ੍ਰੋਪਰਲੀ ਵਾਈਲ ਯੂ ਆਰ ਡਰਿੰਕਿੰਗ ਐਂਡ ਜਸਟ ਸੀ ਦ ਡਿਫਰੈਂਸ ਇਨ 10 ਡੇਜ਼ ਕਿ ਤੁਹਾਡੀ ਬੋਡੀ ਦੇ ਵਿੱਚ ਕਿੱਦਾਂ ਮੈਜੀਕਲ ਚੇਂਜਸ ਆਉਂਦੀਆਂ, ਤੁਹਾਡੀ એનર્ਜੀ ਲੈਵਲਸ ਆਰ ਗੁੱਡ, ਡਾਈਜੈਸ਼ਨ ਇਜ਼ ਗੁੱਡ, ਥਿੰਗਸ ਆਰ ਵੈਰੀ ਬੈਟਰ। ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਹੈ ਜਾਂ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ, ਉਹਨਾਂ ਲਈ ਸਰ ਇੱਕ ਬਹੁਤ ਹੀ ਮੈਨੂੰ ਵਧੀਆ ਮੈਂ ਕੋਲੇਸਟ੍ਰੋਲ ਦੀ ਹੈਗੀ, ਗੁਣ ਦੇਣ ਹਾਂਜੀ। ਲੱਗਾ ਜਿਨ੍ਹਾਂ ਨੂੰ ਕੋਲੇਸਟ੍ਰੋਲ ਵੱਧਦਾ ਸਰ, ਕਿਉਂਕਿ 80% ਸਾਡੀ ਵਾਕਿੰਗ ਲਾਈਫ ਹਾਂਜੀ। ਖਤਮ ਹੋਈ ਪਈ ਹੈ, ਐਕਸਰਸਾਈਜ਼ ਵਰਕਆਊਟ ਘਟੇ That's ਹੋਏ right, ਨੇ। ਹਾਂਜੀ। ਵੈਸੇ ਵੀ ਥੋੜ੍ਹਾ ਜਿਹਾ ਘੱਟ ਸੀ, ਹੁਣ ਰਹਿੰਦਾ ਜੀ। ਹੀ ਬੰਦ ਹੋ ਗਿਆ ਸੀ ਲੋਕਡਾਊਨ 'ਚ ਆ ਗਏ। ਬਟ ਆਈ ਬਿਲੀਵ ਇਜ਼ ਬਲੈਕ ਹਾਂਜੀ। ਪੈਪਰ, ਹਾਂਜੀ। ਬਲੈਕ ਪੈਪਰ ਯਾਦ ਰੱਖਣਾ, ਕਾਲੀ ਮਿਰਚ। ਕਾਲੀ ਮਿਰਚ ਤੁਸੀਂ ਹਾਂਜੀ। ਗ੍ਰੈਨੂਲੇਟ ਕਰ ਲਓ, ਉਹਨੂੰ ਦਰਦਰਾ ਕਰਕੇ ਅੱਛਾ। ਥੋੜ੍ਹਾ ਜਿਹਾ ਹਲਕਾ ਜਿਹਾ ਆਪਣਾ Right. ਦਾਲ ਜਾਂ ਸਬਜ਼ੀ ਦੇ ਵਿੱਚ 2 ਚੁਟਕੀ, 2 ਜਾਂ 3 ਪਿੰਚਸ ਆਪਣੀ ਅੱਛਾ ਦਾਲ ਜੀ। ਸਬਜ਼ੀ 'ਚ ਇੱਕ ਟਾਈਮ ਤਾਂ Right. ਮਿਨੀਮਮ, ਨਹੀਂ ਤਾਂ 2 ਟਾਈਮ ਜ਼ਰੂਰ ਲੈਣੀ ਹੈ। ਤੁਸੀਂ ਨੋਟ ਕਰ ਲੈਣਾ 15 ਜਾਂ 20 ਅੱਛਾ। ਦਿਨ, ਸਵੇ ਮਹੀਨੇ ਬਾਅਦ ਆਪਣੀ ਰਿਪੋਰਟ ਚੈੱਕ ਕਰਾ ਲੈਣਾ। ਤੁਹਾਡਾ ਲਾਈਫ ਟਾਈਮ ਕੋਲੇਸਟ੍ਰੋਲ ਲੈਵਲ ਵਧਣ ਦਾ ਜਾਂ ਲੀਵਰ ਦੇ OTPT ਸੈਲਸ ਵਧਣ ਦਾ ਤੁਹਾਨੂੰ ਕਦੇ ਦਿੱਕਤ ਨਹੀਂ ਆਏਗੀ। ਆਯੁਰਵੇਦਾ ਗਾਈਡ ਕਰਦਾ ਹੈਗਾ ਵੀ ਡਿਫਰੈਂਟ ਸੀਜ਼ਨ ਦੇ ਵਿੱਚ ਡਿਫਰੈਂਟ ਫਰੂਟ ਖਾਏ ਜਾਣ ਜੀ, ਜਾਂ ਸਹੀ। ਡਿਫਰੈਂਟ ਫਰੂਟ ਡਿਊਰਿੰਗ ਦ ਪੈਂਡੇਮਿਕ ਖਾਏ ਜਾਣ। ਵਾਟ ਐਗਜ਼ੈਕਟਲੀ ਇਜ਼ ਇਟ? ਸਰ ਬਹੁਤ ਸਹੀ ਕੁਐਸਚਨ ਕੀਤਾ ਤੁਸੀਂ ਫਰੂਟਸ ਦੇ ਉੱਪਰ। ਮੈਂ ਸਰ ਜਿਹੜਾ ਤੁਹਾਨੂੰ ਫਰੂਟ ਤੇ ਵੀ ਦੱਸਣਾ ਹੈ ਹਾਂਜੀ। ਕਿ ਇੱਕ ਤਾਂ ਮੈਂ ਸਰ ਜਿਹੜਾ ਫਰੂਟ ਰਿਕਮੈਂਡ ਕਰਦਾ ਹਾਂ ਟੂ एवरीवन, ਜਿਹੜੇ ਮੇਰੇ ਸਰ ਹੋਰ ਵੀ ਤੁਸੀਂ YouTube ਤੇ ਵੀਡੀਓਜ਼ ਦੇਖੋਗੇ ਉਹਦੇ 'ਚ ਵੀ ਸਰ ਵੀ ਹੈਵ ਰਿਕਮੈਂਡਡ ਜੀ। ਕਿ ਮੇਰਾ ਜਿਹੜਾ ਫਰੂਟ ਪੰਚ ਹੈ ਸਰ, ਮੈਂ ਬਹੁਤ ਵਧੀਆ ਬਿਲੀਵ ਕਰਦਾ, ਜਿਹਨੂੰ ਮੈਂ ਪਰਸਨਲੀ ਵੀ ਲੈਂਦਾ ਉਹਨੂੰ। ਅੱਛਾ ਜੀ। ਤਾਂ ਦੈਟ ਫਰੂਟ ਪੰਚ ਜਿਹੜਾ ਮੈਂ ਤਿਆਰ ਕੀਤਾ ਸਰ, ਉਹ ਫਰੂਟ ਪੰਚ ਦਾ ਨਾਮ ਹੈ ABC। ABC। ਬਿਲਕੁਲ ਸਹੀ ਸਰ। ਅੱਛਾ ਜੀ। ਸੋ A stands for apple, B stands for beetroot and C stands for carrot. Apple 1, ਅੱਛਾ। ਹਾਫ beetroot ਹਾਂਜੀ। and 2 carrot। ਹਾਂਜੀ। ਠੀਕ ਹੈ ਜੀ। ਇਹ ਮਿਕਸ ਕਰਕੇ Right. ਤੁਸੀਂ ਇਹਦਾ ਇੱਕ ਜੂਸ ਰੈਡੀ Right. ਕਰਨਾ ਤੇ ਉਹ ਤੁਸੀਂ ਡੇਲੀ ਪੀਣਾ ਅੱਛਾ ਜੀ। ਜਾਂ ਆਲਟਰਨੇਟ ਡੇ ਮਿਨੀਮਮ। ਸੀ ਦ ਚੇਂਜਸ ਆਫ ਯੋਰ ਲਾਈਫ, ਤੁਹਾਡੀ ਬੋਡੀ ਦਾ ਇਮਿਊਨ ਸਿਸਟਮ, ਲਾਈਫ ਤੁਹਾਡੀ ਸਰ ਮਸਤ ਹੋਣੀ ਸ਼ੁਰੂ ਹੋ ਜਾਏਗੀ। ਇਸ ਤੋਂ ਬਾਅਦ ਕਈ ਲੋਕ ਗਾਜਰ ਦਾ ਸਵਾਦ ਨਹੀਂ ਪਸੰਦ ਕਰਦੇ, ਹਰ ਬੰਦੇ ਦਾ ਆਪਣਾ ਟੇਸਟ ਹੈ। ਉਹਦਾ ਸਰ ਆਲਟਰਨੇਟ ਹੈ ਕਿ ਅਸੀਂ ਲੈ ਕੇ ਆਏ ਹਾਂ ਅੱਛਾ ਜੀ। ਪੋਮਗ੍ਰੇਨੇਟ ਜੂਸ, ਅਨਾਰ ਦੇ ਬਾਰੇ ਸਰ ਤੁਸੀਂ ਵੀ ਜਾਣਦੇ ਹੋ, ਸਿਆਣੇ ਬਜ਼ੁਰਗ Okay. ਵੀ ਕਹਿੰਦੇ ਨੇ ਅਨਾਰ ਦਾ ਜੂਸ ਵੀ ਸਰ ਤੁਸੀਂ ਲੈ ਸਕਦੇ ਹੋ। ਔਰ ਅਨਾਰ ਦੇ ਵਿੱਚ ਕੀ ਕਰ ਸਕਦੇ ਹੋ, ਕਈ ਲੋਕ ਅਨਾਰ ਦਾ ਜੂਸ ਨਹੀਂ ਪ੍ਰੈਫਰ ਕਰਦੇ, ਤੇ ਜੇ ਤੁਸੀਂ ਚਿਊ ਕਰਦੇ ਹੋ ਉਹਨੂੰ, ਤੇ ਜਿਹੜਾ ਉਹਦਾ ਰਫੇਜ ਪਾਰਟ ਬਚੇਗਾ ਉਹਨੂੰ ਸਵੈਲੋ ਨਹੀਂ ਕਰਨਾ, ਧਿਆਨ ਰੱਖਿਓ, ਕਿਉਂਕਿ ਜਿਹੜੇ ਫਿਰ ਰਫੇਜ ਪਾਰਟ ਦੇ ਵਿੱਚ ਜਿਹੜੇ ਸੀਡਸ ਰਹਿ ਜਾਂਦੇ ਅਨਾਰ ਦੇ ਵਿੱਚ, ਫਿਰ ਉਹ ਅੱਗੇ ਜਾ ਕੇ ਸਟੋਨ ਬਣਾਉਂਦੇ ਆ, ਕਿਡਨੀ ਸਟੋਨਸ ਜਾਂ ਗੈਲ ਸਟੋਨਸ ਬਣਨੇ ਸ਼ੁਰੂ ਹੋ ਜਾਂਦੇ। Okay. ਸੋ ਨੈਵਰ ਜੀ, ਸਵੈਲੋ ਜੀ, ਦਾ ਜੀ, ਜੀ। ਪੋਮਗ੍ਰੇਨੇਟ, ਅਨਾਰ ਨੂੰ ਕਦੇ ਸਵੈਲੋ ਨਹੀਂ ਕਰਨਾ। ਡਾਕਟਰ ਸਾਹਿਬ ਇੱਕ ਕੁਐਸਚਨ ਮੇਰੇ ਦਿਮਾਗ 'ਚ ਹੋਰ ਆ ਰਿਹਾ ਸੀਗਾ, ਕੈਨ ਵੀ ਜੀ। ਯੂਜ਼ ਦ ਵਾਸ਼ੇਬਲ ਮਾਸਕ?
ਯਾ ਸਰ ਬਹੁਤ ਵਧੀਆ ਕੁਐਸਚਨ ਹੈ ਸਰ। ਵਾਸ਼ੇਬਲ ਮਾਸਕ ਹੀ ਮੈਂ ਪ੍ਰੈਫਰ ਕਰਾਂਗਾ ਕਿ ਸਰ, ਬਿਕੋਜ਼ ਉਹਨਾਂ ਨੂੰ ਤੁਸੀਂ ਵਾਸ਼ ਕਰਕੇ ਸੋਪ ਦੇ ਨਾਲ ਤੁਸੀਂ ਉਹਨੂੰ ਕਲੀਨ ਕਰ ਸਕਦੇ ਹੋ ਅਤੇ ਸੈਨੀਟਾਈਜ਼ਰ ਨਾਲੋਂ ਬੈਟਰ ਆਪਸ਼ਨ ਹੈ। ਅਤੇ ਵਾਸ਼ੇਬਲ ਮਾਸਕ 'ਤੇ ਸਰ ਜਿਹੜਾ ਵਾਇਰਸ ਹੈ ਕੋਈ ਵੀ ਸਰ, ਉਹ ਤਕਰੀਬਨ 99.9% ਤੋਂ ਵੀ ਉੱਪਰ ਜਿਹੜਾ ਹੈ ਫਿਨਿਸ਼ ਹੋ ਜਾਂਦਾ, ਵਾਸ਼ ਆਫ ਹੋ ਜਾਂਦਾ ਹੈ। ਅਤੇ ਜਿਹੜੇ ਦੂਜੇ ਮਾਸਕ ਨੇ N95 ਵੀ ਜਿੱਦਾਂ ਲੋਕ ਯੂਜ਼ ਕਰ ਰਹੇ ਆ, ਇੱਕ ਨੋਰਮਲ ਡਿਸਪੋਜ਼ੇਬਲ ਮਾਸਕ ਵੀ ਯੂਜ਼ ਕਰ ਰਹੇ ਨੇ ਲੋਕ, ਬਟ ਉਹ ਲੋਕ ਡਿਸਪੋਜ਼ ਆਫ ਦਾ ਨਹੀਂ ਸੋਚ ਰਹੇ, ਉਹ ਸਿੱਧਾ ਹੀ ਡਸਟਬਿਨ 'ਚ ਪਾ ਰਹੇ ਨੇ। ਤੁਸੀਂ ਨੋਟਿਸ ਕੀਤਾ ਹੋਣਾ ਕਿ ਇਫ ਯੂ ਸੀ ਥਾਊਜ਼ੈਂਡਸ ਆਫ ਵੀਡੀਓਜ਼ ਲਾਈਕ ਪੀਪਲ ਆਰ ਯੂਜ਼ਿੰਗ ਮਾਸਕ, ਸਿੱਧਾ ਹੀ ਬਿਨ 'ਚ ਪਾ ਦਿੰਦੇ ਅਤੇ ਇੱਦਾਂ ਬਿਨ ਦੇ ਵਿੱਚ ਹਾਲੇ ਅਸੀਂ ਨਹੀਂ ਪਾ ਸਕਦੇ। ਵਟ ਵੀ ਹੈਵ ਟੂ ਡੂ, ਜਿਹੜਾ ਵੀ ਤੁਸੀਂ ਮਾਸਕ ਯੂਜ਼ ਕੀਤਾ ਹੈ ਇਧਰ N95 ਜਾਂ ਦੂਸਰਾ ਵੀ, ਉਹਨੂੰ ਤੁਸੀਂ ਕੱਟ ਕਰਕੇ ਇੱਕ ਬੈਗ ਦੇ ਵਿੱਚ ਪਾਓ, ਪੋਲੀਥੀਨ ਬੈਗ ਦੇ ਵਿੱਚ ਕਿਸੇ 'ਚ ਪਾ ਕੇ ਉਹਨੂੰ ਧੁੱਪ 'ਚ ਰੱਖ ਲਓ। ਕੀਪ ਇਟ ਫॉर 6 to 8 hours or 4 hours, है ना, keep it aside and then throw into the bin, because ਇਹ ਅੱਗੇ ਕਿਸੇ ਹੋਰ ਨੂੰ ਸਪਰੈਡ ਨਾ ਹੋਵੇ। ਰਾਈਟ, ਇਹਦਾ ਮਤਲਬ ਵੀ ਜੇ 1% ਕੋਈ ਚਾਂਸ ਹੋਵੇ ਉਸ ਦੇ ਉੱਤੇ ਵਾਇਰਸ ਹੋਣ ਦਾ, ਤੇ ਉਹ ਵਾਇਰਸ ਖਤਮ ਕਰਕੇ ਹੀ ਡਸਟਬਿਨ ਵਿੱਚ ਪਾਇਆ ਜਾਵੇ, ਸੋ ਦੈਟ ਇਟ ਡਸਨਟ ਗੈਟ ਟ੍ਰਾਂਸਫਰਡ ਟੂ ਦ ਨੈਕਸਟ ਪਰਸਨ। ਬਿਲਕੁਲ, ਬਿਕੋਜ਼ ਸਰ ਦੇਖੋ ਸਰ, ਜਿਹੜੇ ਵਾਰੀਅਰਸ ਨੇ ਸਾਡੇ, ਚਾਹੇ ਡਾਕਟਰਸ ਨੇ, ਚਾਹੇ ਪੁਲਿਸ ਨੇ, ਚਾਹੇ ਬਾਹਰ ਸੈਨੀਟਾਈਜ਼ ਵਾਲੇ ਨੇ, ਅਸੀਂ ਇਹ ਕਿਉਂ ਚਾਹੀਏ ਕਿ ਸਾਡੀ ਪ੍ਰੋਬਲਮ ਕਿਸੇ ਹੋਰ ਤੱਕ ਵੀ ਪਹੁੰਚ। ਅਸੀਂ ਇੱਕ ਸਾਡੀ ਕੇਅਰਲੈਸਨੈਸ ਕਿਸੇ ਨੂੰ ਕਿੱਡਾ ਵੱਡਾ ਰਿਸਕ 'ਚ ਪਾ ਸਕਦੀ ਹੈ, ਅਸੀਂ ਬਚਾ ਲਈਏ ਸਮਾਜ ਨੂੰ। ਦੈਟ ਇਜ਼ ਮਾਈ ਪੁਆਇੰਟ। ਇਹਦੇ ਵਿੱਚ ਹੋਰ ਕੀ ਐਡ ਕਰਨਾ ਚਾਹੋਗੇ ਤੁਸੀਂ? ਵਾਟ ਐਲਸ ਵੁੱਡ ਯੂ ਲਾਈਕ ਟੂ ਐਡ? ਮੈਂ ਇਹਦੇ 'ਚ ਐਡ ਕਰਨਾ ਚਾਹਾਂਗਾ ਕਿ ਸਭ ਤੋਂ ਵੱਡਾ ਜਿਹੜਾ ਇਹ ਫੇਜ਼ ਹੈ ਸਾਡੀ ਲਾਈਫ ਦੇ ਵਿੱਚ, ਇਹ ਇੱਕ ਸਾਡੀ ਸਾਡੀ ਅਰਥ ਦੇ ਪ੍ਰਤੀ ਸਾਡੀ ਜਿਹੜੀ ਸੈਲਫਿਸ਼ਨੈਸ ਸੀ, ਇਹ ਸਾਡੇ ਮੂੰਹ 'ਤੇ ਇੱਕ ਚਪੇੜ। ਮੈਂ ਥੋੜ੍ਹੀ, ਮੈਨੂੰ ਗੱਲ ਤੁਹਾਨੂੰ ਚੁੱਭ ਵੀ ਜ਼ਰੂਰ ਲੱਗੇਗੀ ਸਾਰਿਆਂ ਨੂੰ, ਤੇ ਇਟ ਇਜ਼ ਸਲੈਪ ਔਨ ਆਰ ਫੇਸ ਕਿ ਅਸੀਂ ਜਿੱਦਾਂ ਅਰਥ ਨਾਲ ਖੇਡ ਰਹੇ ਸੀ, ਅਸੀਂ ਕੰਟਰੋਲ 'ਚ ਨਹੀਂ ਸੀ। ਹੁਣ ਸਾਡਾ ਐਟਮੋਸਫੀਅਰ ਕਲੀਨ ਹੋ ਗਿਆ, ਪੋਲਿਊਸ਼ਨ ਘੱਟ ਗਿਆ ਹੈ, ਅਸੀਂ ਵਰਕ ਫਰੋਮ ਹੋਮ ਵੀ ਕੰਮ ਕਰ ਸਕਦੇ ਹਾਂ। ਤਾਂ ਸਾਨੂੰ ਸਿਖਾਇਆ ਪ੍ਰਕਿਰਤੀ ਨੇ ਕਿ ਅਸੀਂ ਉਹਦੇ ਵਿੱਚ ਇੰਟਰਫੇਅਰ ਨਾ ਕਰੀਏ। ਅਤੇ ਉਹਦੇ ਵਿੱਚ ਹੀ ਮੈਂ ਇੱਕ ਜਿਹੜਾ ਇਹ ਸੋਸ਼ਲ ਡਿਸਟੈਂਸਿੰਗ ਦਾ ਕ੍ਰਾਈਟੀਰੀਆ ਹੈ, ਇਨ ਡਿਫਰੈਂਟ ਕੰਟਰੀਜ਼ ਦੇਖੋਗੇ ਸੋਸ਼ਲ ਡਿਸਟੈਂਸਿੰਗ ਨਹੀਂ ਸੀ, ਅਤੇ ਸੋਸ਼ਲ ਡਿਸਟੈਂਸਿੰਗ ਆਉਣੀ ਸ਼ੁਰੂ ਹੋ ਜਾਏਗੀ। ਹੁਣ ਲੋਕਾਂ ਨੂੰ ਥੋੜ੍ਹੀ ਹੋਰ ਸਮਝ ਆ ਜਾਏਗੀ। ਪਲੱਸ ਸਭ ਤੋਂ ਵੱਡਾ ਕੀ ਹੈ ਕਿ ਜਿਹੜਾ ਮਾਸਕ, ਮੈਂ ਜਿੱਥੇ ਬਿਲੀਵ ਕਰਦਾ ਹਾਂ, ਮਾਸਕ ਪਾਉਣਾ ਹੁਣ ਦੇ ਲਈ ਵੀ ਕਿ ਅਗਲੇ ਵੀ ਮੈਂ ਕਹਾਂਗਾ ਕੁਝ ਸਾਲ ਸਾਨੂੰ ਹੋਰ ਮਾਸਕ ਪਾਉਣੇ ਪੈ ਸਕਦੇ ਆ, ਜਾਂ ਪਾਉਣੇ ਪੈਣ ਤਾਂ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਰਾਦਰ ਕਿਸੇ ਹੋਰ ਦਾ ਇਨਫੈਕਸ਼ਨ ਸਾਨੂੰ ਨਾ ਆਵੇ। ਜੋ ਸਾਡੇ ਆਯੁਰਵੇਦ ਦੇ ਗ੍ਰੰਥਾਂ ਦੇ ਵਿੱਚ ਤੁਸੀਂ ਕਈ ਗ੍ਰੰਥ ਹੋਰ ਵੀ ਪੜ੍ਹੋਗੇ, ਉਸ 'ਚ ਪਰਸਨਲ ਹਾਈਜੀਨ ਬਹੁਤ ਦੱਸੀ ਗਈ ਹੈ, ਜਦ ਕਿ ਪਰਸਨਲ ਹਾਈਜੀਨ ਨਹੀਂ ਹੈ। ਤਾਂ ਉਹ ਚੀਜ਼ਾਂ ਸਰ ਬਹੁਤ ਹੀ ਜ਼ਿਆਦਾ ਮੈਟਰ ਕਰਦੀਆਂ। ਅਤੇ ਇੱਕ ਮੇਰਾ ਸਭ ਤੋਂ ਵੱਡਾ ਯੂਥ ਨੂੰ ਅਤੇ ਮਿਡਲ ਏਜ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ, ਰਿਕੁਐਸਟ ਹੈ, ਜੋ ਮੈਂ ਆਪਣੇ ज़रिए आप जी के ज़रिए उन्हें तक पहुंचाना चाहूँगा, बताना चाहूँगा उस यूथ के लिए और मिडल एज के लिए कि कभी भी आप किसी भी कंट्रीज़ में जाएं, नॉन वेज जो आपने कभी नहीं खाया, आपकी बॉडी ने नहीं खाया जो नॉन वेज, वो आप कभी भी ट्राई मत करें। अगर आपकी बॉडी चिकन फिश किसी चीज़ को खाती है, नेचुरल आप ले रहे हैं तो कोई दिक्कत नहीं है। नहीं तो कई लोग जो है दूसरी कंट्रीज़ में जाके बैट, सांप, कछुए, डड्डू क्या कुछ खाते हैं, भगवान ना जाने। अगर आप स्टडी करते हैं सर, चाइना में लेके चलें तो 120 प्रकार के उनके नॉन वेज हैं, और जो मॉन्की का ब्रेन है दैट इज़ अ कॉस्टलीस्ट डिश इन द वर्ल्ड टू देम, चाइना। अगर आप इसकी स्टडी करते हैं, मतलब उसमें कोई इनकी लिमिट्स नहीं है। तो आई प्रेफर यूथ और मिडल एज पीपल के कोई भी जाएँ बाहर का नॉन वेज मत ट्राई करें। हमारी जीन्स जो हैं, हर ह्यूमन बीइंग की जो रेसेस है, एशियंस हैं चाहे अफ्रीकन्स हैं, कोई भी रेसेस हैं, उन सब के जीन्स डिफ़र हैं। जीन्स डिफ़र होने से आपकी बॉडी वो एक्सेप्ट करेगी या नहीं करेगी। आपने बचपन से वो वाला नॉनवेज नहीं खाया, बचपन में वहाँ से उनकी कंट्रीज़ में दिया जाता है, उनकी बॉडी अडेप्ट कर चुकी है, पर हमारी बॉडी ने अडेप्ट नहीं करा। और वही जो अडेप्टेशन हमारी बॉडी नहीं करती, वो आगे जाके बीमारी रूप धारण करती है, और बीमारी आगे जाके कम्युनिकेबल बन जाती है, जो आज की डेट हम फेस कर रहे हैं। सो दिस इज़ द रियल फेज ऑफ दिस प्रॉब्लम। डॉक्टर साहब, ਅੱਜ ਇਹ ਗੱਲ ਕਰਕੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਾਫੀ ਸਾਰੀ ਚੀਜ਼ਾਂ ਸਿੱਖ ਕੇ ਜੇ ਮੈਂ ਇੰਪਲੀਮੈਂਟ ਆਪਣੀ ਲਾਈਫ 'ਚ ਕਰਾਂ ਤਾਂ ਪ੍ਰੋਬਬਲੀ ਆਈ ਵੁੱਡ ਹੈਵ ਅ ਬੈਟਰ ਲਾਈਫ ਇਨ ਦ ਫਿਊਚਰ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਵੁੱਡ ਬੀ ਗੈਟਿੰਗ ਇਨ ਟੱਚ ਵਿਦ ਯੂ ਮੋਰ ਆਫਟਨ, ਸੋ ਦੈਟ ਜਿੰਨੀ ਹੋਰ ਇਨਫੋਰਮੇਸ਼ਨ ਅਸੀਂ ਸਾਂਝੀ ਕਰ ਸਕੀਏ। ਤੇ ਤੁਹਾਡੀ ਕੰਟੈਕਟ ਡਿਟੇਲਸ ਵੀ ਮੈਂ ਵੀਡੀਓ 'ਚ ਪਾਉਣ ਲੱਗਿਆ, ਜੇ ਕਿਸੇ ਨੂੰ ਹੋਰ ਕੋਈ ਕੁਐਸਚਨ ਹੈਗਾ ਉਹ ਡਾਇਰੈਕਟਲੀ ਵੀ ਤੁਹਾਨੂੰ ਕੰਟੈਕਟ ਕਰ ਸਕਦੇ। जी 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 जी। आज हमने की डॉक्टर सुखजिंदर योगी से बातचीत, और मैं आपका नवनीत। डॉक्टर साहब, थैंक यू सो मच। One-stop answer to your Australian education and visa matters. Gemco Sydney. Dream big, achieve big. Fiji Times. Be with the times.